ਉੱਥੇ ਗੋਲੀਆਂ ਚੱਲਦੀਆਂ ਰਹਿੰਦੀਆਂ ਤੇ ਮਹਾਂਪੁਰਖ ਐਨ ਨਿਰਭੈ ਹੋ ਕੇ ਵਿੱਚ ਜਾ ਕੇ ਵਿਚਰਦੇ ਰਹਿੰਦੇ ਸਨ। ਉਹ ਜਿਵੇਂ ਸੰਗਤ ਜੀ ਉੱਥੇ ਰਵਕ ਨਾਮ ਦੇ ਸ਼ਹਿਰ ਦੇ ਵਿੱਚ ਬੜੀ ਗੋਲੀਬਾਰੀ ਚੱਲੀ ਤੇ ਮਹਾਂਪੁਰਖ ਸੰਗਤ ਜੀ ਚਲੇ ਗਏ ਅੱਗੇ, ਬਾਕੀ ਸਾਰਿਆਂ ਨੇ ਮੋਰਚੇ ਪਿੱਛੇ ਖਿੱਚ ਲਏ। ਕਹਿੰਦੇ ਜੀ ਪਿੱਛੇ ਚਲੋ, ਅੱਜ ਤਾਂ ਸਾਡੀ ਬੁਰੀ ਹਾਲਤ ਹੋਏਗੀ, ਮਾਰੇ ਜਾਵਾਂਗੇ। ਉਧਰ ਉਹਨਾਂ ਨੇ ਬਹੁਤਾ ਜ਼ਿਆਦਾ ਹਮਲਾ ਬੋਲ ਦਿੱਤਾ ਹੈ। ਇਹ ਪਿੱਛੇ ਮੁੜੇ ਤੇ ਮਹਾਂਪੁਰਖ ਸੰਗਤ ਜੀ ਵੀਰ ਰਸ ਵਿੱਚ ਆ ਕੇ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਤੇ ਇਕੱਲੇ ਹੀ ਚਲੇ ਗਏ। ਜਾ ਕਰਕੇ ਸੰਗਤ ਜੀ ਕਹਿੰਦੇ ਇਕੱਲੇ ਹੀ ਮੋਰਚਾ ਜਾ ਕੇ ਫਤਿਹ ਕਰ ਆਏ ਸਨ। ਤੇ ਚਾਰੇ ਪਾਸੇ ਧੂੜ ਹੀ ਧੂੜ, ਕੱਟਾ ਹੀ ਕੱਟਾ ਹੋ ਗਿਆ, ਗੋਲੀਆਂ ਚੱਲੀਆਂ। ਇੱਧਰਲੇ ਸਾਰੇ ਸਿਪਾਹੀ ਮੋਰਚਿਆਂ ਦੇ ਵਿੱਚ ਲੁਕ ਗਏ, ਗੋਰੇ ਪਿੱਛੇ ਅੜ ਗਏ। ਕਹਿਣ ਲੱਗੇ ਕਿ ਜੀ ਅੱਜ ਲੱਗਦਾ ਕਿ ਇਹ ਬਾਬਾ ਜੀ ਹੁਣ ਸ਼ਹੀਦੀ ਪਾ ਜਾਣਗੇ। ਥੋੜ੍ਹਾ ਬਹੁਤਾ ਕੱਟਾ ਹਟਿਆ, ਗੋਲੀਆਂ ਦੀ ਆਵਾਜ਼ ਖਤਮ ਹੋਈ ਤੇ ਫੌਜਾਂ ਬੜੀ ਛੇਤੀ ਦੇ ਨਾਲ ਸੰਗਤ ਜੀ ਇੱਧਰੋਂ ਚੱਲੀਆਂ। ਗੋਰੇ ਚੱਲੇ ਭੱਜੇ ਕਿ ਦੇਖੀਏ ਅੱਗੇ ਕੀ ਹੋਇਆ ਹੈ। ਅੱਗੇ ਗਏ ਤੇ ਦੇਖਿਆ ਕਿ ਮਹਾਂਪੁਰਖ ਸੰਗਤ ਜੀ ਐ ਸਮਾਧੀ ਲਾ ਕੇ ਬੜੇ ਨਿਰਭੈ ਹੋ ਕੇ ਬੈਠੇ ਹੋਏ ਨੇ। ਬੜੇ ਹੈਰਾਨ ਹੋਏ, ਸਾਰਿਆਂ ਦੇ ਮਨ ਵਿੱਚ ਬੜੀ ਸ਼ਰਧਾ ਆ ਗਈ ਕਿ ਵਾਕਈ ਇਹ ਰੱਬੀ ਨੂਰ ਹੀ ਨੇ। ਐਸਾ ਮਨ ਦੇ ਵਿੱਚ ਉਹਨਾਂ ਨੇ ਪ੍ਰੇਮ ਪ੍ਰਗਟ ਕੀਤਾ ਹੈ। ਦੇਖਦੇ ਐ ਸਾਰੇ ਗੋਰੇ, ਜਿੰਨੇ ਵੀ ਉਹ ਸਾਹਿਬ ਮਾਲਕ ਸਨ ਗੋਰੇ, ਮੰਨਦੇ ਸੀ ਮਹਾਂਪੁਰਖਾਂ ਦੇ ਲੋਹੇ ਨੂੰ ਆਣ ਨੂੰ ਕਿ ਇਹਨਾਂ ਨੂੰ ਗੋਲੀ ਕੋਈ ਲੱਗਦੀ ਨਹੀਂ ਹੈ। ਹਾਂ, ਗੱਲ ਨੂੰ ਸੂਖਮ ਕਰਦੇ ਆ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖ। ਕਹਿੰਦੇ ਕਿ ਇੱਦਾਂ 5 ਸਾਲ ਫੌਜ ਵਿੱਚ ਰਹੇ ਹੈ ਤੇ 14 ਤੋਂ ਲੈ ਕੇ 19 ਤੱਕ ਸੰਗਤ ਜੀ ਵਿਦੇਸ਼ਾਂ ਵਿੱਚ ਹੀ ਰਹੇ, ਉੱਧਰਲੀ ਧਰਤੀ ਤੇ ਬੜਾ ਭਾਰੀ ਪ੍ਰਚਾਰ ਪ੍ਰਸਤਾਰ ਕੀਤਾ। ਬੜੀਆਂ ਲੰਮੀਆਂ ਸਾਖੀਆਂ ਨੇ, ਉਹ ਆਪਾਂ ਹੁਣ ਇੱਥੇ ਛੱਡਦੇ ਹਾਂ ਕਿਉਂਕਿ ਜਿਸ ਸੰਬੰਧ ਵਿੱਚ ਆਪਾਂ ਅੱਜ ਜੁੜੇ ਹੋਏ ਹਾਂ ਉਸ ਸੰਬੰਧ ਦੀ ਆਪਾਂ ਵਿਚਾਰ ਅੱਗੇ ਕਰਨੀ ਹੈ। ਤੋ ਫਿਰ ਜਿਵੇਂ ਬਗਦਾਦ ਵਿੱਚ ਮਹਾਂਪੁਰਖਾਂ ਨੇ ਅਖੰਡ ਪਾਠ ਸਾਹਿਬ ਕੀਤੇ ਸੀ, ਕਿਵੇਂ ਉੱਥੇ ਕੌਤਕ ਦਿਖਾਏ, ਗੋਰਿਆਂ ਨੇ ਮਨ ਦੀਆਂ ਬੁੱਝ ਕਰਕੇ ਉਹਨਾਂ ਨੂੰ ਦੱਸਿਆ ਸੀ ਸਾਰਾ ਕੁਝ। ਉਹਨਾਂ ਸਾਰਿਆਂ 'ਚ ਬੜੀ ਸ਼ਰਧਾ ਆਈ ਸੀ। ਗੁਰੂ ਗ੍ਰੰਥ ਸਾਹਿਬ ਜੀ ਉੱਤੇ ਕਿੰਨਾ ਭਰੋਸਾ, ਕਿੰਨਾ ਵਿਸ਼ਵਾਸ ਰੱਖਿਆ। ਵਗਦੇ ਦਰਿਆ ਥਾਣੀ ਸੰਗਤ ਜੀ ਪਾਰ ਕਰਕੇ ਗੁਰੂ ਕੇ ਦਰਸ਼ਨ ਕਰਕੇ ਆਏ ਸਨ। ਐਸੇ ਮਹਾਂਪੁਰਖ ਜੀਵਨ ਵਾਲੇ। ਕਹਿੰਦੇ 5 ਸਾਲ ਉੱਥੇ ਰਹਿ ਕੇ ਫਿਰ ਨਗਰ ਆ ਗਏ ਰਾਮਗੜ੍ਹ ਦੇ ਵਿੱਚ। ਇੱਥੇ ਆ ਕੇ ਵਿਹਲੇ ਨਹੀਂ ਬੈਠੇ। ਇੱਥੇ ਸੰਗਤ ਜਿੱਥੇ ਅਸਥਾਨਾਂ ਦੇ ਆਪਾਂ ਬੈਠੇ ਹੋਏ ਹਾਂ, ਇਹ ਸਥਾਨ 'ਤੇ ਆ ਕੇ ਮਹਾਂਪੁਰਖਾਂ ਨੇ ਭੋਰਾ ਪੁੱਟਿਆ। ਹੇਠਾਂ ਆਪ ਦਰਸ਼ਨ ਕਰਦੇ ਹੈ, ਆ ਖੂਹੀ ਦੇ ਦਰਸ਼ਨ ਕਰਦੇ ਹੈ। ਇਹ ਉਹਨਾਂ ਨੇ ਲਵਾਈ ਇੱਥੇ ਖੂਹੀ, ਆ ਕਰਕੇ ਹਲਟੀ ਲਾਈ ਗਈ। ਮਹਾਂਪੁਰਖਾਂ ਦੇ ਨਾਲ ਜਥੇ ਦੇ ਵਿੱਚ ਤਕਰੀਬਨ 25 ਸਿੰਘ ਸਨ। ਉਹ 25 ਦੇ 25 ਨਾਲ ਹੀ ਫਿਰ ਮਹਾਂਪੁਰਖਾਂ ਦੇ ਆ ਗਏ ਸੀ, ਸਾਰੇ ਦੇ ਸਾਰੇ ਹੀ। ਅਤੇ ਉਹ ਵੀ ਨਾਲ ਹੀ ਇੱਥੇ ਸੰਗਤ ਜੀ ਰਿਹਾ ਕਰਦੇ ਸੀ। ਇਹ ਮਹਾਂਪੁਰਖਾਂ ਦੀ ਆਪਣੀ ਜ਼ਮੀਨ, ਆਪਣਾ ਖੂਹ ਸੀ, ਤੁਸੀਂ ਸਾਰੇ ਜਾਣਦੇ ਹੀ ਆ ਨਗਰ ਦੇ ਲੋਕ। ਇੱਥੇ ਫਿਰ ਮਹਾਂਪੁਰਖਾਂ ਨੇ ਭੋਰਾ ਕਹਿੰਦੇ ਪੁਟਾਇਆ। ਫੌਜੀ ਸਨ ਸਾਰੇ ਅਤੇ ਇੱਕ ਦਿਨ ਦੇ ਵਿੱਚ ਹੀ ਸੋਹਣਾ ਸੰਗਤ ਜੀ ਭੋਰਾ ਬਣਾ ਦਿੱਤਾ। ਉਹਨਾਂ ਨੇ ਮੋਰਚੇ ਪੁੱਟਣੇ ਜਾਣਦੇ ਹੀ ਸਨ ਸਾਰੇ, ਮੋਰਚੇ ਵਾਂਗੂ ਭੋਰਾ ਪੁੱਟ ਦਿੱਤਾ। ਅਤੇ ਮਹਾਂਪੁਰਖ ਕੁਝ ਸਮਾਂ ਫਿਰ ਇੱਥੇ ਇਕਾਂਤ ਵਿੱਚ ਰਹੇ ਸਨ। ਕੁਝ ਸਮਾਂ ਜਦੋਂ ਰਹੇ ਅਤੇ ਫਿਰ ਸੰਗਤ ਜੀ ਸਾਰੇ ਸਿੰਘਾਂ ਨੂੰ ਕੋਲ ਬੁਲਾਇਆ ਕਿ ਜੀ ਸਾਨੂੰ ਗੁਰੂ ਦਾ ਹੁਕਮ ਹੋਇਆ ਕਿ ਵਿਹਲੇ ਨਹੀਂ ਬੈਠੇ ਰਹਿਣਾ, ਇੱਥੇ ਭੋਰੇ 'ਚ ਵੜ ਕੇ ਬਾਹਰ ਚੱਲੋ ਅਤੇ ਸਿੱਖੀ ਦੇ ਵਿੱਚ ਪ੍ਰਚਾਰ ਦੀ ਬੜੀ ਲੋੜ ਹੈ। ਆਪਾਂ ਹੁਣ ਪ੍ਰਚਾਰ ਪ੍ਰਸਤਾਰ ਕਰਨਾ ਹੈ। ਸਾਰੇ ਸਿੰਘਾਂ ਨੂੰ ਕਿਹਾ ਕਿ ਜੀ ਤੁਸੀਂ ਤਿਆਰ ਰਹਿਣਾ। ਸਾਰੇ ਨਾਲ ਆਏ ਸੰਗਤ ਜੀ। ਫਿਰ ਇਸੇ ਹੀ ਅਸਥਾਨ ਤੋਂ ਜਿੱਥੇ ਆਪਾਂ ਹੁਣ ਬੈਠੇ ਹਾਂ ਬਰਸੀ ਦੀ ਯਾਦ ਵਿੱਚ, ਇੱਥੋਂ ਬਾਬਾ ਮੱਘਰ ਸਿੰਘ ਜੀ ਫਿਰ ਪ੍ਰਚਾਰ ਦੇ ਦੌਰੇ 'ਤੇ ਨਿਕਲਦੇ ਹੈ। ਨਾਲ ਮਹਾਂਪੁਰਖਾਂ ਦੇ ਤਕਰੀਬਨ 25 ਸਿੰਘ ਨੇ। ਇੱਥੋਂ ਨਿਕਲ ਕਰਕੇ ਫਿਰ ਪਿੰਡਾਂ ਪਿੰਡਾਂ ਵਿੱਚ ਥਾਵਾਂ ਥਾਵਾਂ 'ਤੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ। ਅਤੇ ਇੱਥੇ ਦੱਸ ਰਹੇ ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਹਿੰਦੇ ਇਹ ਕਿ ਬਾਬਾ ਮੱਘਰ ਸਿੰਘ ਜੀ ਨੇ ਪ੍ਰਚਾਰ ਕਰਕੇ ਅਤੇ ਫਿਰ ਬਹੁਤ ਸਾਰੇ ਸਿੰਘ ਸਜਾ ਦਿੱਤੇ ਸਨ। ਹਾਂ, ਜਿਹੜੇ ਜਥੇ ਵਾਲੇ ਸਨ ਆਪਣੇ ਸਾਥੀ ਮਹਾਂਪੁਰਖਾਂ ਦੇ, ਉਹ ਆਪਣੇ ਹੱਥੀਂ ਸੰਗਤ ਜੀ ਮੋਰਚਿਆਂ ਵਿੱਚ ਭੇਜੇ ਨੇ। ਚਾਹੇ ਅੰਮ੍ਰਿਤਸਰ ਦਾ ਮੋਰਚਾ ਲੱਗਾ ਸੀ, ਚਾਹੇ ਜੈਤੋ ਦਾ ਮੋਰਚਾ ਲੱਗਾ ਸੀ, ਗੁਰੂ ਕੇ ਬਾਗ ਵਾਲਾ ਮੋਰਚਾ ਲੱਗਾ ਸੀ। ਉਹਨਾਂ ਮੋਰਚਿਆਂ ਦੇ ਵਿੱਚ ਵੀ ਮਹਾਂਪੁਰਸ਼ਾਂ ਨੇ ਆਪਣੇ ਜਥੇ ਦੇ ਸਿੰਘ ਭੇਜਣਾ ਕੀਤੇ ਸਨ। ਆ ਜਿਹੜੀ ਜੈਤੋ ਦੇ ਮੋਰਚਿਆਂ ਵਿੱਚ ਸੰਗਤ ਜੀ ਗ੍ਰਿਫਤਾਰੀਆਂ ਹੋਈਆਂ ਸਨ ਸਿੰਘਾਂ ਦੀਆਂ, ਉਹ ਵੀ ਸਾਰਾ ਹਵਾਲਾ ਇਸ ਗ੍ਰੰਥ ਵਿੱਚ ਬੜਾ ਵੱਡਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਤਾ ਹੈ ਕਿ ਉਸ ਸਮੇਂ ਕਿੰਨੀ ਦਰਦਨਾਕ ਉਸ ਘਟਨਾ ਵਾਪਰੀ ਸੀ।
ਆਪਾਂ ਤਾਂ ਕੇਵਲ ਇੰਨੀ ਗੱਲ ਕਹਿ ਕੇ ਲੰਘ ਜਾਂਦੇ ਆ ਕਿ ਹਾਂਜੀ ਜੈਤੋ ਦਾ ਮੋਰਚਾ ਲੱਗਾ ਸੀ, ਪਰ ਜੈਤੋ ਦੇ ਮੋਰਚੇ ਦੇ ਵਿੱਚ ਹੋਇਆ ਕੀ ਕੁਝ ਸੀ ਉਹ ਸਾਰਾ ਅੱਖਰ ਅੱਖਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇਸ ਗ੍ਰੰਥ ਦੇ ਵਿੱਚ ਅੰਕਿਤ ਕੀਤਾ ਹੋਇਆ ਹੈ। ਉਹ ਕਿਤੇ ਸਮਾਂ ਬਣਿਆ ਤੇ ਉਹ ਵੀ ਆਪਾਂ ਸੁਣਾਂਗੇ। ਇੱਦਾਂ ਕਹਿ ਲਓ ਸੰਗਤ ਜੀ ਕਿ ਲਹੂ ਦੀ ਸਿਆਹੀ ਦੇ ਨਾਲ ਹੀ ਉਹ ਅੱਖਰ ਲਿਖੇ ਹੋਏ ਨੇ ਬਾਬਾ ਗੁਰਬਚਨ ਸਿੰਘ ਜੀ ਨੇ। ਤਾਂ ਉਹਨਾਂ ਮੋਰਚਿਆਂ ਦੇ ਵਿੱਚ ਗ੍ਰਿਫਤਾਰੀ ਜਦੋਂ ਸਿੰਘ ਦੇਣ ਜਾਂਦੇ ਸਨ ਤੇ ਇੱਥੋਂ ਬਾਬਾ ਜੀ ਨੇ ਵੀ ਆਪਣੇ ਜਥੇ ਦੇ ਸਿੰਘ ਭੇਜੇ। ਫਿਰ ਜਦੋਂ ਪਲਟਨ ਦੇ ਵਿੱਚ ਗੁਰੂ ਕੇ ਦਰਸ਼ਨਾਂ ਦੀ ਤਾਂਘ ਲੱਗੀ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰੂ ਕੇ ਜਾ ਕੇ ਦਰਸ਼ਨ ਪਾਏ ਸਨ। ਇਹ ਸਾਖੀ ਨੂੰ ਆਪਾਂ ਫੇਰ ਸੁਣਾਂਗੇ। ਆਏ ਆਪਾਂ ਪਿੱਛੇ ਸੁਣੀ ਆਏ ਆ ਕਿ ਸਿੰਘਾਂ ਵਾਸਤੇ ਬੋਰੀਆਂ ਦੀਆਂ ਰਸਤਾਂ ਆ ਗਈਆਂ ਸਨ ਆਪੇ ਹੀ। ਫਿਰ ਇੱਥੇ ਦੱਸਦੇ ਆ ਬਾਬਾ ਗੁਰਬਚਨ ਸਿੰਘ ਜੀ ਕਿ ਗੁਰੂ ਕੀ ਸੰਗਤੋ ਸੰਤ ਮੱਘਰ ਸਿੰਘ ਜੀ ਇਹ ਕੀਰਤਨ ਵਾਲੇ ਸਨ, ਬੜਾ ਭਾਰੀ ਕੀਰਤਨ ਕਰਿਆ ਕਰਦੇ। ਜਿਨ੍ਹਾਂ ਨੇ ਨਾਮ ਹੀ ਨਾਮ ਸੰਭਾਲਿਆ ਸੀ ਅਤੇ ਬਹੁਤੇ ਲੋਕਾਂ ਨਾਲ ਇਹਨਾਂ ਨੇ ਤਾਰ ਦਿੱਤਾ, ਭਲਾ ਕਰ ਦਿੱਤਾ। ਜਾਂ ਜਿਨ੍ਹਾਂ ਨੇ ਬਾਬਾ ਮੱਘਰ ਸਿੰਘ ਜੀ ਦਾ ਵੀ ਨਾਮ ਸੰਭਾਲਿਆ, ਕਹਿੰਦੇ ਉਹਨਾਂ ਨੂੰ ਚੇਤੇ ਰੱਖਿਆ ਹੈ, ਉਹਨਾਂ ਨੂੰ ਵੀ ਬਾਬਾ ਮੱਘਰ ਸਿੰਘ ਜੀ ਤਾਰ ਹੀ ਦਿੰਦੇ ਨੇ। ਹੁਣ ਉਹ ਸੰਗਤ ਜੀ ਦਿਨ ਆ ਗਿਆ ਹੈ ਬਰਸੀ ਵਾਲਾ, ਜਿਸ ਦੇ ਸੰਬੰਧ ਵਿੱਚ ਆਪਾਂ ਅੱਜ ਜੁੜੇ ਹੋਏ ਹਾਂ। ਜੀਵਨ ਤਾਂ ਬੜਾ ਲੰਮਾ ਹੈ। ਗ੍ਰੰਥਾਂ ਦੇ ਵਿੱਚ ਵਿਚਾਰ ਹੈ ਸੰਗਤ ਜੀ ਕਿ ਸੋ ਸੰਵੇਦੇ ਨਹਿ ਕਹਿ ਸਕੂੰ ਲੱਛਣ ਸੰਤ ਮਹੰਤ, ਪਰ ਸੰਵੇਦੇ ਕਹੇ ਕਛ ਤੇ ਸੰਗ ਪ੍ਰਤਾਪ ਕਰੰਤ। ਇਹ ਕਵੀ ਅਨਾਥ ਜੀ ਹੋਏ ਹੈ, ਬੜਾ ਸੋਹਣਾ ਵਿਦਾਂਤ ਦਾ ਗ੍ਰੰਥ ਲਿਖਿਆ ਵਿਚਾਰ ਮਾਲਾ, ਉਹਦੇ ਵਿੱਚ ਲਿਖਦੇ ਨੇ। ਉਹ ਕਹਿੰਦੇ ਕਿ ਸੰਤ ਕੀ ਹੈ, ਸੋ ਸੰਵੇਦੇ ਕਿ ਜੋ ਸੰਤ ਨੂੰ ਆਪਣੇ ਆਪ ਦੇ ਵਿੱਚ ਰਸ ਪ੍ਰਾਪਤ ਹੋਇਆ, ਜੋ ਆਪਣਾ ਸੰਤ ਦਾ ਜੀਵਨ ਸੀ, ਉਹ ਨਹੀਂ ਕੁਝ ਵੀ ਕਿਹਾ ਜਾ ਸਕਦਾ ਹੈ। ਫਿਰ ਹੁਣ ਕਹਿਣਾ ਵੀ ਆ ਸੰਤਾਂ ਬਾਰੇ ਤੇ ਕਿਵੇਂ ਕਿਹਾ ਜਾਵੇ, ਤਾਂ ਕਹਿੰਦੇ ਕਿਹਾ ਜਾ ਸਕਦਾ ਹੈ ਪਰ ਸੰਵੇਦੇ ਕਿ ਜੋ ਕੁਝ ਉਹਨਾਂ ਦੀ ਆਪਾਂ ਬਾਹਰੀ ਰਹਿਣੀ ਦੇਖੀ ਸੀ। ਬਾਬਾ ਮੱਘਰ ਸਿੰਘ ਜੀ ਦਾ ਬਾਹਰੀ ਕਿਹੋ ਜਿਹਾ ਰਹਿਣ ਸਹਿਣ ਸੀ, ਰਹਿਤ ਬੈਠ ਸੀ, ਕਿੰਨੇ ਵਜੇ ਉੱਠਦੇ, ਨਿਤਨੇਮ ਕਿਹੋ ਜਿਹਾ ਸੀ, ਉਹੀ ਆਪਾਂ ਸੰਗਤ ਦੀ ਸਮਝ ਸਕਦੇ ਹਾਂ, ਸੁਣ ਸਕਦੇ ਹਾਂ। ਪਰ ਬਾਬਾ ਮੱਘਰ ਸਿੰਘ ਜੀ ਕਿਸ ਆਨੰਦ ਦੇ ਵਿੱਚ ਲੀਨ ਸਨ, ਕੈਸੀ ਅਵਸਥਾ ਪ੍ਰਾਪਤ ਸੀ, ਉਹ ਆਪਾਂ ਨਹੀਂ ਕਰ ਸਕਦੇ। ਕਿਉਂਕਿ ਉਹ ਤਾਂ ਜੇ ਆਪਾਂ ਜਾਣ ਗਏ ਫਿਰ ਤਾਂ ਆਪਾਂ ਸਾਰੇ ਸੰਤ ਬਣ ਗਏ। ਕਿਉਂਕਿ ਗੁਰਬਾਣੀ ਦਾ ਪ੍ਰਮਾਣ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਉਹ ਬ੍ਰਹਮ ਗਿਆਨੀ ਦੀ ਜਿਹੜੀ ਅੰਦਰਲੀ ਅਵਸਥਾ ਹੈ ਉਹਨੂੰ ਇੱਕ ਬ੍ਰਹਮ ਗਿਆਨੀ ਜਾਣ ਸਕਦਾ, ਦੂਜਾ ਨਹੀਂ। ਆਪਾਂ ਜਿੰਨੇ ਵੀ ਇਹ ਮਹਾਂਪੁਰਖਾਂ ਦੀ ਵਡਿਆਈ ਦੇ ਬੋਲ ਸੁਣ ਰਹੇ, ਉਹਨਾਂ ਦੇ ਕੀਤੇ ਉਪਕਾਰ, ਉਹਨਾਂ ਦੇ ਵਿੱਚ ਜਿਹੜੇ ਗੁਣ ਸਨ, ਉਹਨਾਂ ਨੂੰ ਹੀ ਸਮਝ ਕੇ ਕਰ ਰਹੇ ਹਾਂ। ਹੁਣ ਇੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਹੈ ਕਿ 19 ਮੱਘਰ ਦਾ ਦਿਨ ਸੀ ਉਸ ਸਮੇਂ, ਜਿਸ ਸਮੇਂ ਬਾਬਾ ਮੱਘਰ ਸਿੰਘ ਜੀ ਸੱਚਖੰਡ ਜਾ ਬਿਰਾਜੇ ਨੇ। ਇਹ ਵੀ ਬੜੇ ਪਿਆਰ ਵਾਲੀ ਸਾਖੀ ਸੰਗਤ ਜੀ। ਮੱਲੇ ਪਿੰਡ ਦੇ ਵਿੱਚ ਮਹਾਂਪੁਰਖਾਂ ਦੀਵਾਨ ਕੀਤਾ ਸੀ ਤੇ ਦੀਵਾਨ ਲਗਾ ਕਰਕੇ ਤੇ ਫਿਰ ਡੇਢ ਕੇ ਆ ਗਏ ਸੀ। ਤੇ ਮਹਾਂਪੁਰਖਾਂ ਨੇ ਉੱਥੇ ਕਿਹਾ ਸੀ ਕਿ ਮੱਲੇ ਕੀ ਸੰਗਤ ਜੇ ਦਰਸ਼ਨ ਕਰਨੇ ਹੈ ਤੇ ਅੱਜ ਹੀ ਕਰ ਲਓ ਜਾਂ ਕੱਲ੍ਹ ਤੱਕ ਕਰ ਲਿਓ, ਤੇ ਮੁੜ ਕੇ ਫਿਰ ਟਾਹਲੀ ਆਣੇ ਸਾਡੇ ਦਰਸ਼ਨ ਹੋਣਗੇ। ਤੇ ਇੱਥੋਂ ਹੁਣ ਤੁਸੀਂ ਚਲੇ ਜਾਓ। ਵਾਪਸ ਮੁੜੇ, ਅੱਗੇ ਡੇਢ ਕੇ ਦੀ ਸੰਗਤ ਆ ਗਈ ਤੇ ਉਹਨਾਂ ਨੂੰ ਕਿਹਾ ਕਿ ਡੇਢ ਕੇ ਵਾਲਿਓ ਤੁਸੀਂ ਇੱਦਾਂ ਕਰਿਓ ਕਿ ਸਾਨੂੰ ਕੱਲ੍ਹ ਨੂੰ ਤੁਸੀਂ ਇਹ ਟਾਹਲੀ ਆਣੇ ਪਹੁੰਚਾ ਆਉਣਾ ਹੈ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਪਏ ਹੈ, ਭੋਗ ਪੈਣੇ ਹੈ। ਮਹਾਂਪੁਰਖ ਕਹਿੰਦੇ ਠੀਕ ਹੈ, ਭੋਗਾਂ ਤੋਂ ਬਾਅਦ ਸਾਨੂੰ ਪਹੁੰਚਾ ਆਇਓ। ਕਹਿਣ ਲੱਗੇ ਜੀ ਸਤ ਬਚਨ। ਕਹਿੰਦੇ ਸਾਰੇ ਜਿੰਨੇ ਵੀ ਸੀ ਡੇਢ ਕੇ ਵਾਲੇ ਲੋਕ ਜਾਂ ਹੋਰ ਵੀ ਸੰਗਤ ਸੀ ਬਹੁਤ ਸਾਰੀ, ਮਹਾਂਪੁਰਖ ਆਪ ਵੀ ਸਨ ਅਤੇ ਹੋਰ ਵੀ ਚੰਗੇ ਸੰਗਤ ਜੀ ਨਾਲ ਸਿੰਘ ਸੀ। ਬੜੇ ਹੈਰਾਨ ਹੋਏ, ਹੈਰਾਨੀ ਪ੍ਰਗਟ ਕੀਤੀ ਕਿ ਇਹ ਕੀ ਗੱਲ ਕਹੀ ਹੈ ਕਿ ਜੀ ਸਾਨੂੰ ਪਹੁੰਚਾ ਆਇਓ। ਵੀ ਅੱਗੇ ਵੀ ਤਾਂ ਟਾਹਲੀ ਆਣੇ ਜਾਂਦੇ ਹੈ, ਪਰ ਇਹੋ ਜਿਹਾ ਕਦੀ ਬਚਨ ਨਹੀਂ ਕੀਤਾ। ਇਹ ਬਾਬਾ ਜੀ ਅੱਜ ਕਿਉਂ ਕਹਿੰਦੇ ਨੇ ਕਿ ਸਾਨੂੰ ਪਹੁੰਚਾ ਆਇਓ। ਚਲੋ ਬਹਿ ਗਏ। ਅਖੰਡ ਪਾਠ ਸਾਹਿਬ ਆਰੰਭ ਹੋਏ ਸੰਗਤ ਜੀ। 2 ਤਰੀਕ ਨੂੰ ਆਰੰਭ ਹੋਏ, 3 ਤੇ 4 ਨੂੰ ਭੋਗ ਪਾਏ ਗਏ ਸਨ। ਅੱਜ ਦੇ ਦਿਨ ਭੋਗ ਪੈਣ 'ਤੇ ਮਹਾਂਪੁਰਖਾਂ ਨੇ ਬੜੀ ਬਰਾਗਮਈ ਸੰਗਤ ਜੀ ਕਥਾ ਕੀਤੀ ਸੀ ਅਤੇ ਬਰਾਗਮਈ ਸ਼ਬਦਾਂ ਦੇ ਵਿੱਚ ਹੀ ਸਾਰਾ ਕੀਰਤਨ ਪ੍ਰਚਾਰ ਹੋਇਆ। ਕਥਾ ਪ੍ਰਚਾਰ ਕਰਨ ਤੋਂ ਬਾਅਦ ਸੰਗਤ ਜੀ ਫਿਰ ਮਹਾਂਪੁਰਖ
ਜਿਹੜਾ ਡੇਢ ਕੇ ਪਿੰਡੋਂ ਬਾਹਰ ਬਣਿਆ ਹੋਇਆ ਜਿੱਥੇ ਅੱਜ ਸਥਾਨ ਹੈ, ਇੱਥੇ ਇੱਕ ਨਿੱਕਾ ਜਿਹਾ ਕੋਠਾ ਸੀ, ਉਹਦੇ ਵਿੱਚ ਜਾ ਕੇ ਬਹਿ ਗਏ। ਸਾਰੇ ਸਿੰਘ ਜਿੰਨੇ ਵੀ ਸੀ ਉਹਨਾਂ ਨੂੰ ਜਿੱਦਣ ਅਖੰਡ ਪਾਠ ਸਾਹਿਬ ਦਾ ਮੱਧ ਸੀ, ਉਸ ਰਾਤ ਜਿੰਨੇ ਜਥੇ ਦੇ ਸਿੰਘ ਸੀ ਸਾਰੇ ਕੋਲ ਬੁਲਾ ਲਏ। ਕੱਲੇ ਕੱਲੇ ਨੂੰ ਸਾਰਾ ਸਮਝਾਇਆ, ਸਿੰਘੋ ਗੁਰੂ ਸਾਹਿਬ ਦੀ ਸਿੱਖੀ ਦੀ ਦਾਤ ਸਾਨੂੰ ਦਿੱਤੀ ਹੋਈ ਹੈ, ਇਹਨੂੰ ਸੰਭਾਲ ਕੇ ਰੱਖਣਾ। ਗੁਰੂ ਨੇ ਜੋ ਸਾਨੂੰ ਰਹਿਤ ਬਹਿਤ ਦਿੱਤੀ ਹੈ ਉਹਦੇ ਵਿੱਚ ਪਰਪੱਕ ਰਹਿਣਾ, ਅੰਮ੍ਰਿਤ ਵੇਲੇ ਉੱਠਣਾ ਹੈ, ਨਿਤਨੇਮ ਕਰਨਾ ਹੈ, ਬਾਣੀ ਬਾਣੇ ਦੇ ਵਿੱਚ ਧਾਰਨੀ ਰਹਿਣਾ ਹੈ, ਬੱਜਰ ਕਰੈਤਾਂ ਤੋਂ ਬਚ ਕੇ ਰਹਿਣਾ ਹੈ। ਸਾਰੀ ਜਿੰਨੀ ਵੀ ਸਿੱਖੀ ਦੀ ਰਹਿਤ ਬਹਿਤ ਇਸੇ ਤਰ੍ਹਾਂ ਨਿਭਾਉਣੀ ਹੈ ਤੁਸੀਂ ਸਾਰਿਆਂ ਨੇ। ਸਾਰੇ ਸਿੰਘ ਕਹਿੰਦੇ ਮਹਾਂਪੁਰਖੋ ਨਿਭਾ ਰਹੇ ਹੈ, ਆਪ ਕਿਰਪਾ ਕਰੋ, ਕੀ ਬਾਤ ਹੈ, ਕੋਈ ਗੱਲ ਨਾ ਕੀਤੀ। ਫਿਰ ਸੰਗਤ ਜੀ ਇਸੇ ਤਰ੍ਹਾਂ ਸ਼ਾਮਾਂ ਪਈਆਂ ਤੇ ਉਹ ਜਿਹੜਾ ਸੀ ਕਮਰਾ ਕਹਿੰਦੇ ਅਗਲੇ ਦਿਨ ਫਿਰ ਬੰਦ ਕਰਵਾ ਦਿੱਤਾ। ਕਹਿੰਦੇ ਸਾਨੂੰ ਕੋਈ ਆਵੇ ਨਾ। ਆਨੰਦ ਸਿੰਘ ਜੀ ਸਨ ਮਹਾਂਪੁਰਖਾਂ ਦੇ ਗੜਵਈ ਦੀ ਸੇਵਾ ਕਰਿਆ ਕਰਦੇ, ਤੇ ਉਹਨਾਂ ਨੂੰ ਕਹਿ ਦਿੱਤਾ ਕਿ ਇੱਥੇ ਬਾਹਰ ਦਰਵਾਜ਼ੇ 'ਤੇ ਰਹੋ, ਕੋਈ ਸਾਡੇ ਅੰਦਰ ਨਾ ਆਵੇ ਕਮਰੇ ਵਿੱਚ। ਬਹਿ ਗਏ ਮਹਾਂਪੁਰਖ। ਤੇ ਉਸ ਸਮੇਂ ਸੰਗਤ ਜੀ ਇਹ ਮਹਾਂਪੁਰਖਾਂ ਦੇ ਜਿਹੜੇ ਭੈਣ ਜੀ ਸਨ ਉਹ ਆ ਗਏ। ਉਹਨਾਂ ਕਿਹਾ ਕਿ ਮੇਰਾ ਵੀਰ ਕਿੱਥੇ? ਬੜਾ ਪਿਆਰ ਸੀ ਭੈਣ ਭਰਾਵਾਂ ਦਾ ਆਪਸ ਵਿੱਚ। ਤੇ ਉਹ ਕਹਿੰਦੇ ਜੀ ਬਾਬਾ ਜੀ ਨੇ ਕਿਹਾ ਕਿ ਅੰਦਰ ਕਿਸੇ ਨੂੰ ਨਹੀਂ ਆਉਣ ਦੇਣਾ। ਕਹਿੰਦੇ ਤੁਹਾਡੇ ਵਾਸਤੇ ਕਿਹਾ ਹੋਏਗਾ, ਮੈਂ ਤਾਂ ਉਹਨਾਂ ਦੀ ਭੈਣ ਆ, ਮੈਂ ਤਾਂ ਜਾਵਾਂਗੀ। ਉਹ ਜਦੋਂ ਕਮਰੇ ਵਿੱਚ ਗਏ ਤੇ ਜਾ ਕੇ ਸੰਗਤ ਜੀ ਆਵਾਜ਼ ਮਾਰੀ ਹੈ, ਤੇ ਪਰ ਮਹਾਂਪੁਰਖ ਕੁਝ ਨਹੀਂ ਬੋਲੇ ਹਨ, ਸ਼ਾਂਤ ਨੇ। ਫਿਰ ਮੋਢੇ ਤੋਂ ਫੜ ਕੇ ਜਦੋਂ ਹਿਲਾਉਣ ਦੀ ਕੋਸ਼ਿਸ਼ ਕੀਤੀ ਤੇ ਮਹਾਂਪੁਰਖ ਲੰਮੇ ਪੈ ਕੇ ਡਿੱਗ ਪਏ। ਉਸੇ ਸਮੇਂ ਭੈਣ ਜੀ ਦੀਆਂ ਧਾਹਾਂ ਨਿਕਲ ਗਈਆਂ ਤੇ ਪੁੱਬਾ ਮਾਰਦੇ ਹੋਏ ਬਾਹਰ ਆ ਗਏ। ਜਿਹਨੂੰ ਪਤਾ ਚੱਲਿਆ ਸੰਗਤ ਜੀ ਭੱਜਾ ਆਇਆ, ਪਿੰਡ ਵਿੱਚ ਖਬਰ ਫੈਲ ਗਈ। ਜਿੱਥੇ ਵੀ ਲੋਕਾਂ ਨੂੰ ਪਤਾ ਚੱਲਿਆ ਸੰਗਤ ਜੀ ਉਸੇ ਸਮੇਂ ਸਾਰੇ ਲੋਕ ਦੌੜ ਕੇ ਇਕੱਠੇ ਹੋ ਗਏ, ਕਹਿਣ ਲੱਗੇ ਕਿ ਇਹ ਕੀ ਭਾਣਾ ਵਰਤ ਗਿਆ ਹੈ। ਫਿਰ ਜਿੰਨੇ ਵੀ ਸਿੰਘ ਸਨ ਸਾਰੇ ਸੰਗਤ ਜੀ ਬੜੇ ਵਿਰਾਗ ਵਿੱਚ ਆਏ, ਕਹਿਣ ਲੱਗੇ ਕਿ ਸਾਨੂੰ ਮਹਾਂਪੁਰਖ ਕਿੰਨੇ ਦਿਨਾਂ ਦੇ ਕਹਿ ਰਹੇ ਸੀ ਕਿ ਅਸੀਂ ਹੁਣ ਜਾਣਾ ਹੈ, ਟਾਹਲੀਆਂ ਨੇ ਸਾਨੂੰ ਛੱਡ ਆਇਓ ਤੇ ਉੱਥੇ ਹੀ ਸਾਡੇ ਜਿੰਨੇ ਦਰਸ਼ਨ ਕਰਨੇ ਹੋਣ ਉੱਥੇ ਕਰ ਲਿਓ, ਬਾਕੀ ਹੁਣ ਹੋਰ ਨਹੀਂ ਸਾਡੇ ਦਰਸ਼ਨ ਕਿਤੇ ਹੋਣੇ। ਉਹ ਸਾਰੇ ਸੰਗਤ ਜੀ ਸਿੰਘ ਆਲੇ ਦੁਆਲੇ ਬਹਿ ਗਏ। ਡੇਢ ਕੇ ਦੇ ਜਿੰਨੀ ਸੰਗਤ ਸੀ ਇੱਥੇ ਰਾਮਗੜ੍ਹ ਪਤਾ ਚੱਲਿਆ। ਇੱਥੋਂ ਦੇ ਜਿਹੜੇ ਪਿਆਰੇ ਸਨ ਸਿੰਘ ਕੁਝ ਮਹਾਂਪੁਰਖਾਂ ਨਾਲ ਸ਼ਰਧਾ ਰੱਖਦੇ ਉਹ ਵੀ ਭੱਜੇ। ਸਾਰੇ ਸੰਗਤ ਜੀ ਉੱਥੇ ਫਿਰ ਡੇਢ ਕੇ ਇਕੱਠੇ ਹੋ ਗਏ। ਵਿਚਾਰ ਹੋਈ ਹੈ ਜੇ ਕੀ ਕੀਤਾ ਜਾਵੇ। 19 ਮੱਘਰ ਵਾਲਾ ਦਿਨ ਅੱਜ ਦਾ ਦਿਨ ਸੀ ਸੰਗਤ ਜੀ। ਅੱਜ ਦੇ ਦਿਨ ਮਹਾਂਪੁਰਖਾਂ ਨੇ ਸਰੀਰ ਛੱਡਿਆ ਸੀ। ਤੇ ਜਦੋਂ ਸਰੀਰ ਸ਼ਾਂਤ ਹੋਇਆ ਇਕੱਠੇ ਹੋ ਗਏ ਸਾਰੇ ਲੋਕ, ਤੇ ਸਿੰਘਾਂ ਨੇ ਫਿਰ ਕਿਹਾ ਜਿਹੜੇ ਮਹਾਂਪੁਰਖਾਂ ਦੇ ਨਾਲ ਸੀ ਜੀ ਇਹਨਾਂ ਦਾ ਹੁਕਮ ਸੀ ਕਿ ਸਾਡਾ ਸਰੀਰ ਟਾਹਲੀਆਂ ਨੇ ਛੱਡ ਆਉਣਾ, ਹੁਣ ਇਹਦਾ ਭਾਵ ਹੈ ਕਿ ਉੱਥੇ ਹੀ ਸੰਸਕਾਰ ਕਰਨਾ ਹੈ। ਇੱਦਾਂ ਸੰਗਤ ਜੀ ਫਿਰ ਅਗਲੇ ਦਿਨ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਹਾਂਪੁਰਖਾਂ ਦਾ ਜਿਹੜਾ ਸਰੀਰ ਸੀ ਡੇਢ ਕੇ ਤੋਂ ਲੈ ਕੇ ਟਾਹਲੀਆਣਾ ਸਾਹਿਬ ਗਏ ਸਨ। ਉੱਥੇ ਜਾ ਕੇ ਫਿਰ ਅਗਲੇ ਦਿਨ ਸੰਸਕਾਰ ਕੀਤਾ ਸੀ। ਉਹ ਇੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪਣੇ ਇਸ ਗ੍ਰੰਥ ਵਿੱਚ ਲਿਖ ਕੇ ਸਾਨੂੰ ਦੱਸਦੇ ਨੇ। ਇੱਦਾਂ ਕਹਿੰਦੇ ਕਿ ਸਿੰਘੋ ਟਾਹਲੀਆਣੇ ਸਾਹਿਬ ਲੈ ਗਏ, ਉੱਥੇ ਜਾ ਕੇ ਫਿਰ ਮਹਾਂਪੁਰਖਾਂ ਦਾ ਸੰਸਕਾਰ ਕਰਵਾਇਆ ਸੀ, ਸੰਸਕਾਰ ਕੀਤਾ ਸੀ। ਕੈਸਾ ਪਿਆਰ ਸੀ ਸੰਗਤ ਜੀ ਮਹਾਂਪੁਰਸ਼ਾਂ ਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਨਾਲ। ਜਦੋਂ ਉਹਨਾਂ ਦਾ ਜੀਵਨ ਪੜ੍ਹਦੇ ਆ ਨਾ ਤੇ ਜੀਵਨ ਵਿੱਚ ਆਉਂਦਾ ਕਿ ਮਹਾਂਪੁਰਖ ਸ੍ਰੀ ਦਸਮ ਗ੍ਰੰਥ ਦੀ ਬਾਣੀ ਬਹੁਤੀ ਪੜ੍ਹਿਆ ਕਰਦੇ ਸੀ। ਦਸਮ ਗ੍ਰੰਥ ਦੀ ਬਾਣੀ ਬੜੀ ਵੀਰ ਰਸੀ ਹੈ, ਤੇ ਵੀਰ ਰਸ ਦੇ ਵਿੱਚ ਜਦੋਂ ਸਿੰਘਾਂ ਦੇ ਅੰਦਰ ਕਿਤੇ ਕੁਝ ਢਿੱਲ ਪੈਂਦੀ ਮੋਰਚਿਆਂ ਦੇ ਵਿੱਚ, ਤਾਂ ਦਸਮ ਦੀ ਬਾਣੀ ਦਾ ਕੀਰਤਨ ਕਰਕੇ ਉਹਨਾਂ ਵਿੱਚ ਉਸੇ ਤਰ੍ਹਾਂ ਸੂਰਬੀਰਤਾ ਭਰ ਦਿੰਦੇ ਸਨ। ਤੋ ਐਸਾ ਸੰਗਤ ਜੀ ਮਹਾਂਪੁਰਖਾਂ ਦੇ ਮਨ 'ਚ ਪਿਆਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਨਾਲ ਟਾਹਲੀਆਣੇ ਸਾਹਿਬ ਦੀ ਸੇਵਾ ਮਹਾਂਪੁਰਖਾਂ ਨੇ ਕਰਵਾਈ ਸੀ। ਉੱਥੇ ਦਾ ਜਿੰਨਾ ਵੀ ਅਸਥਾਨ ਸੀ ਤੇ ਉਹ ਕਹਿ ਕੇ ਸੰਗਤਾਂ ਨੂੰ ਮਹਾਂਪੁਰਖਾਂ ਨੇ ਬਣਵਾਇਆ ਸੀ। ਇੰਨਾ ਪਿਆਰ ਪੈ ਗਿਆ ਟਾਹਲੀਆਣੇ ਸਾਹਿਬ ਦੇ ਨਾਲ ਕਿ ਅਖੀਰ ਇਹ ਕਹਿ ਦਿੱਤਾ ਕਿ ਸਾਡੇ ਜਿਹੜਾ ਸਰੀਰ ਹੈ ਇਹ ਉੱਥੇ ਹੀ ਜਾ ਕਰਕੇ ਸੰਸਕਾਰ ਕਰਿਆ ਜੇ ਟਾਹਲੀਆਣੇ ਦੇ ਨਾਲ ਹੀ, ਜਿੱਥੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਬਾਰਕ ਚਰਨ ਪਾਏ ਹੋਏ ਸਨ। ਤੋ ਜਿੱਥੇ ਜ਼ਫਰਨਾਮੇ ਦੀ ਸੰਗਤ ਦੀ ਵਾਰਤਾ ਮਹਾਰਾਜ ਨੇ ਸੁਣੀ ਸੀ, ਤੋ ਇੱਦਾਂ ਜਦੋਂ ਸਰੀਰ ਉੱਥੇ ਗਿਆ ਹੈ, ਉੱਥੇ ਟਾਹਲੀਆਣਾ ਸਾਹਿਬ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ।